ਦਿਸ਼ਾ ਪਰਿਵਰਤਨ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪਰਮੇਸ਼ਰ ਦੇ ਇੱਕ ਹੋਰ ਸ਼ਸਤਰ ਦੇ ਬਾਰੇ ਸਿੱਖਣ ਜਾ ਰਹੇ ਹਾਂ ਤੇ ਉਸ ਸ਼ਸਤਰ ਦਾ ਨਾਮ ਹੈ ਪ੍ਰਾਰਥਨਾ। ਇਸ ਦੇ ਬਾਰੇ ਸਿੱਖਣ ਲਈ ਅਸੀਂ ਜਿਸ ਹਵਾਲੇ ਦੀ ਵਰਤੋਂ ਕਰਾਂਗੇ ਉਹ ਹਵਾਲਾ ਅਫਸੀਆਂ ਦੀ ਪੱਤਰੀ ਦੇ 6 ਅਧਿਆਇ ਦੀ 18 ਆਇਤ ਦੇ ਵਚਨਾਂ ਵਿੱਚੋਂ ਲਿਆ ਗਿਆ। ਇਸ ਦੇ ਵਿਸ਼ੇ ਦੇ ਅਧਿਐਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਯੋਧੇ ਦੀ ਪ੍ਰਾਰਥਨਾ ਦੇ ਵਿੱਚ ਸਥਿਰਤਾ। ਨੰਬਰ 2, ਯੋਧੇ ਦੀ ਪ੍ਰਾਰਥਨਾ ਦੀਆਂ ਸੰਭਾਵਨਾਵਾਂ। ਨੰਬਰ 3, ਯੋਧੇ ਦੀ ਪ੍ਰਾਰਥਨਾ ਦੀ ਬੇਨਤੀ। ਨੰਬਰ 4, ਯੋਧੇ ਦੀ ਪ੍ਰਾਰਥਨਾ ਦੀ ਸ਼ਕਤੀ। ਨੰਬਰ 5, ਯੋਧੇ ਦੀ ਪ੍ਰਾਰਥਨਾ ਦੀ ਸਪਸ਼ਟਤਾ। ਨੰਬਰ 6, ਯੋਧੇ ਦੀ ਪ੍ਰਾਰਥਨਾ ਦਾ ਧੀਰਜ। ਔਰ ਨੰਬਰ 7, ਯੋਧੇ ਦੀ ਪ੍ਰਾਰਥਨਾ ਦਾ ਉਦੇਸ਼। ਦੋਸਤੋ, ਆਓ ਬਿਨਾਂ ਦੇਰੀ ਕੀਤੇ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਆਓ ਪ੍ਰਾਰਥਨਾ ਦੇ ਵਿਸ਼ੇ ਤੇ ਸਿੱਖਣ ਦੇ ਲਈ ਚੱਲਦੇ ਹਾਂ ਡਾਕਟਰ ਡੇਵਿਡ ਯਰਮਾਇਆ ਦੇ ਕੋਲ। ਅੱਜ ਆਤਮਿਕ ਯੁੱਧ ਨਾਂ ਦੀ ਇਸ ਲੜੀ ਵਿੱਚ ਅਸੀਂ ਪਰਮੇਸ਼ਰ ਦੇ ਇੱਕ ਹੋਰ ਸ਼ਸਤਰ ਜਿਸ ਬਾਰੇ ਅਸੀਂ ਸਿੱਖਣ ਜਾ ਰਹੇ ਹਾਂ ਉਹ ਹੈ ਪ੍ਰਾਰਥਨਾ। ਇਸ ਦੇ ਸੰਬੰਧ ਵਿੱਚ ਅਸੀਂ ਇਫਸੀਆਂ ਦੀ ਪੱਤਰੀ 6 ਅਧਿਆਇ 18 ਦੇ ਵਚਨਾਂ ਵਿੱਚੋਂ ਗੌਰ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ। ਨੰਬਰ 1, ਯੋਧੇ ਦੀ ਪ੍ਰਾਰਥਨਾ ਵਿੱਚ ਸਥਿਰਤਾ। ਨੰਬਰ 2, ਯੋਧੇ ਦੀ ਪ੍ਰਾਰਥਨਾ ਦੀਆਂ ਸੰਭਾਵਨਾਵਾਂ। ਭਾਗ ਊੜਾ, ਸਾਨੂੰ ਸਾਰਿਆਂ ਮੌਕਿਆਂ ਤੇ ਪ੍ਰਾਰਥਨਾ ਕਰਨੀ ਪੈਣੀ ਹੈ। ਭਾਗ ਐੜਾ, ਸਾਨੂੰ ਸਭਨੀ ਥਾਈਂ ਪ੍ਰਾਰਥਨਾ ਕਰਨੀ ਪੈਣੀ ਹੈ। ਭਾਗ ਈੜੀ, ਸਾਨੂੰ ਖੁਸ਼ਹਾਲੀ ਅਤੇ ਵਿਰੋਧਤਾ ਦੇ ਦੌਰਾਨ ਪ੍ਰਾਰਥਨਾ ਕਰਨੀ ਹੈ। ਭਾਗ ਸੱਸਾ, ਸਾਨੂੰ ਸਭਨਾਂ ਵਾਸਤਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਨੰਬਰ 3, ਯੋਧੇ ਦੀ ਪ੍ਰਾਰਥਨਾ ਦੀ ਬੇਨਤੀ। ਨੰਬਰ 4, ਯੋਧੇ ਦੀ ਪ੍ਰਾਰਥਨਾ ਦੀ ਸ਼ਕਤੀ। ਨੰਬਰ 5, ਯੋਧੇ ਦੀ ਪ੍ਰਾਰਥਨਾ ਦੀ ਸਪਸ਼ਟਤਾ। ਨੰਬਰ 6, ਯੋਧੇ ਦੀ ਪ੍ਰਾਰਥਨਾ ਦਾ ਧੀਰਜ। ਨੰਬਰ 7, ਯੋਧੇ ਦੀ ਪ੍ਰਾਰਥਨਾ ਦਾ ਉਦੇਸ਼। ਮੈਂ ਚਾਹੁੰਦਾ ਹਾਂ ਕਿ ਆਪ ਮੇਰੇ ਨਾਲ ਮਿਲ ਕੇ ਇਫਸੀਆਂ 6 ਅਧਿਆਇ 18 ਵਚਨ ਤੋਂ ਲੈ ਕੇ 20 ਦੇ ਵਚਨਾਂ ਨੂੰ ਪੜ੍ਹੋ। ਇੱਥੇ ਲਿਖਿਆ ਹੈ, ਅਤੇ ਸਾਰੀ ਪ੍ਰਾਰਥਨਾਵਾਂ ਅਤੇ ਬੇਨਤੀਆਂ ਨਾਲ ਹਰ ਸਮੇਂ ਆਤਮਾ ਨਾਲ ਪ੍ਰਾਰਥਨਾ ਕਰਦੇ ਰਹੋ ਅਤੇ ਇਹਦੇ ਨਿਮਿਤ ਸਾਰੇ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀਆਂ ਨਾਲ ਜਾਗਦੇ ਰਹੋ। ਅਤੇ ਮੇਰੇ ਲਈ ਵੀ ਭਾਈ, ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬੋਲਣਾ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਖੋਲ੍ਹ ਦਿਆਂ, ਜਿਹਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਹਾਂ, ਅਤੇ ਮੈਂ ਉਸ ਵਿੱਚ ਅਜਿਹਾ ਦਲੇਰੀ ਨਾਲ ਬੋਲਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ। ਜਦੋਂ ਅਸੀਂ ਵਰਲਡ ਆਫ ਲਾਈਫ ਨਾਂ ਦੇ ਸਥਾਨ ਉੱਤੇ ਪਰਮੇਸ਼ਰ ਦੇ ਵਚਨ ਦੀ ਸੇਵਾ ਕਰ ਰਹੇ ਸੀ, ਉਦੋਂ ਸਾਡੇ ਕਾਲਜ ਦੇ ਬਹੁਤ ਸਾਰੇ ਲੋਕ ਉਸ ਟਾਪੂ ਵਿਖੇ ਬਾਸਕਟਬਾਲ ਕੈਂਪ ਦਾ ਨਿਰਦੇਸ਼ਨ ਕਰ ਰਹੇ ਸੀ। ਇੱਕ ਸਮੇਂ ਇਸ ਤੋਂ ਇੱਕ ਹਫ਼ਤਾ ਪਹਿਲਾਂ ਉਹਨਾਂ ਕੋਲ ਉੱਥੇ 50 ਮੀਲ ਦੂਰ ਇੱਕ ਹੋਰ ਬਾਈਬਲ ਕਾਨਫਰੰਸ ਵਿੱਚ ਜਾਣ ਦਾ ਮੌਕਾ ਸੀ। ਇਸ ਸਥਾਨ ਦਾ ਨਾਂ ਕੈਂਪ ਆਫ ਬੁੱਡ ਸੀ। ਸਾਡੀ ਗੱਲਬਾਤ ਵਿੱਚ ਇਹ ਤੈਅ ਹੋਇਆ ਸੀ ਕਿ ਅਸੀਂ ਬਾਅਦ ਦੁਪਹਿਰ 2 ਵਜੇ ਮਿਲਾਂਗੇ ਅਤੇ ਕੈਂਪ ਆਫ ਬੁੱਡ ਨੂੰ ਜਾਵਾਂਗੇ, ਜਿੱਥੇ ਕਿ ਸਵੈਨ ਨੈਟਰ ਇੱਕ ਬਾਸਕਟਬਾਲ ਦੇ ਮੈਚ ਵਿੱਚ ਕੁਝ ਹੋਰ ਪੂਰਵ ਖਿਡਾਰੀਆਂ ਸਮੇਤ ਇੱਕ ਪ੍ਰਦਰਸ਼ਨ ਲਈ ਸਾਰੇ ਨੌਜਵਾਨਾਂ ਲਈ ਖੇਡੇਗਾ ਜੋ ਇਸ ਕੈਂਪ ਵਿੱਚ ਮੌਜੂਦ ਹੋਣਗੇ। ਕਿਉਂਕਿ ਅਸੀਂ ਉੱਥੇ ਹਵਾਈ ਜਹਾਜ਼ ਰਾਹੀਂ ਗਏ ਸੀ, ਇਸ ਕਰਕੇ ਸਾਡੇ ਕੋਲ ਆਪਣੀ ਕੋਈ ਵੀ ਮੋਟਰ ਗੱਡੀ ਨਹੀਂ ਸੀ, ਪਰ ਰਾਏ ਸ਼ੈਗਲ ਦੇ ਦੁਆਰਾ ਇੱਕ ਕਾਰ ਸਾਨੂੰ ਕਾਰਜ ਤੇ ਦਿੱਤੀ ਗਈ ਸੀ। ਇੱਕ ਕਾਰ ਸਟੇਸ਼ਨ ਵੈਗਨ ਸੀ ਅਤੇ ਇਸ ਵਿੱਚ ਸਵੈਨ, ਜਿਮ ਅਤੇ ਮੇਰੀ ਅਤੇ ਰਾਏ ਸ਼ੈਗਲ ਅਤੇ ਸਵੈਨ ਦੀ ਛੋਟੀ ਲੜਕੀ ਅਤੇ ਮੇਰੇ ਵੱਡੇ ਡੇਵਿਡ ਅਤੇ ਮੇਰੇ ਲਈ ਕਾਫੀ ਸਥਾਨ ਸੀ ਕਿ ਅਸੀਂ ਇਸ ਵਿੱਚ ਸੈਪਲੇਟਨ, ਨਿਊ ਯਾਰਕ ਅਤੇ ਕੈਂਪ ਆਫ ਦਾ ਵੁੱਡ ਨਾ ਜਾ ਸਕਦੇ ਸੀ। ਜਦੋਂ ਅਸੀਂ 50 ਮੀਲ ਦਾ ਸਫ਼ਰ ਕੀਤਾ ਅਤੇ ਕੈਂਪ ਦੇ ਲਾਗੇ ਪਹੁੰਚੇ, ਤਦ ਜਿਮ ਹੁੱਕੇ ਜੋ ਗੱਡੀ ਚਲਾ ਰਿਹਾ ਸੀ, ਉਸ ਨੇ ਆਖਿਆ, ਸਾਨੂੰ ਕਾਰ ਵਿੱਚ ਕੁਝ ਤੇਲ ਪਾ ਲੈਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਰਾਤ ਨੂੰ ਖੇਡ ਸਮਾਪਤ ਕਰਾਂਗੇ ਤਦ ਸਭ ਕੁਝ ਬੰਦ ਹੋ ਚੁੱਕਾ ਹੋਵੇਗਾ। ਅਤੇ ਸੱਚਮੁੱਚ ਅਸੀਂ ਇੱਕ ਬਹੁਤ ਹੀ ਵੀਰਾਨ ਥਾਂ ਵਿੱਚ ਸੀ ਅਤੇ ਮੈਂ ਮੰਨ ਲਿਆ ਕਿ ਜੇਕਰ ਅਸੀਂ ਤੇਲ ਲੈ ਸਕਦੇ ਹਾਂ ਤਦ ਸਾਨੂੰ ਲੈ ਲੈਣਾ ਚਾਹੀਦਾ ਹੈ। ਪਰ ਸਾਡੇ ਕੈਂਪ ਵਿੱਚ ਪਹੁੰਚਣ ਦਾ ਸਮਾਂ ਬਹੁਤ ਨਜ਼ਦੀਕ ਹੁੰਦਾ ਜਾ ਰਿਹਾ ਸੀ। ਇਸ ਕਰਕੇ ਮੈਂ ਖੁਦ ਕਾਰ ਲਿਜਾ ਕੇ ਤੇਲ ਪਾਲਣ ਲਈ ਅੱਗੇ ਆਇਆ। ਮੈਂ ਇੱਕ ਪੰਪ ਉੱਤੇ ਰੁਕਿਆ ਅਤੇ ਪੁੱਛਿਆ ਕਿ ਅਗਲਾ ਸਭ ਤੋਂ ਨਜ਼ਦੀਕ ਵਾਲਾ ਪੰਪ ਕਿੱਥੇ ਸੀ, ਅਤੇ ਉਹਨਾਂ ਨੇ ਆਖਿਆ ਕਿ ਇਹ ਇੱਥੋਂ
18 ਮੀਲ ਹੇਠਾਂ ਵੈਲਸ ਨਿਊਯਾਰਕ ਨਾਂ ਦੇ ਸਥਾਨ ਵਿਖੇ ਸੀ। ਡੇਵਿਡ ਅਤੇ ਬੈਲਰੀ ਅਤੇ ਮੈਂ ਵੈਲਸ ਨਿਊਯਾਰਕ ਨੂੰ ਗਏ ਅਤੇ ਸ਼ਹਿਰ ਵਿੱਚ ਬੜੇ ਅਤੇ ਸੱਚਮੁੱਚ ਉੱਥੇ ਇੱਕ ਪੰਪ ਸੀ ਜਿਸ ਕੋਲ ਡੀਜ਼ਲ ਤੇਲ ਸੀ। ਅਸੀਂ ਅਗਲੇ ਪੰਪ ਉੱਤੇ ਗੱਡੀ ਲਗਾ ਕੇ $20 ਦਾ ਤੇਲ ਭਰਵਾਇਆ ਅਤੇ ਡੇਵਿਡ, ਜੋ ਕਿ 3 ਦਿਨਾਂ ਤੋਂ ਕੈਂਪ ਵਿੱਚ ਮੌਜੂਦ ਸੀ, ਉਸ ਨੂੰ ਭੁੱਖ ਲੱਗੀ ਅਤੇ ਉਸ ਨੇ ਇੱਕ ਹਮਬਰਗਰ ਲੈਣਾ ਚਾਹਿਆ ਕਿਉਂਕਿ ਉਸ ਨੇ ਜ਼ਿਆਦਾ ਕੁਝ ਨਹੀਂ ਸੀ ਖਾਧਾ। ਇਸ ਕਰਕੇ ਅਸੀਂ ਹਮਬਰਗਰ ਦੀ ਦੁਕਾਨ ਭਾਲਣ ਦੀ ਕੋਸ਼ਿਸ਼ ਕੀਤੀ ਜੋ ਕਿ ਉਸ ਕਸਬੇ ਵਿੱਚ ਸਿਰਫ ਇੱਕੋ ਹੀ ਇੱਕ ਸੀ। ਅਸੀਂ ਪੈਟਰੋਲ ਪੰਪ ਤੋਂ ਬਾਹਰ ਹੋ ਕੇ ਕਸਬੇ ਵੱਲ ਜਾਣ ਲੱਗੇ ਅਤੇ ਉਸ ਕਾਰ ਵਿੱਚ ਕੁਝ ਖਰਾਬੀ ਆ ਗਈ। ਇਸ ਵਿੱਚੋਂ ਧੂੰਆਂ ਨਿਕਲਣ ਲੱਗਾ ਅਤੇ ਇਹ ਝਟਕੇ ਮਾਰਨਾ ਅਤੇ ਆਵਾਜ਼ ਕਰਨ ਲੱਗੀ ਅਤੇ ਅੰਤ ਵਿੱਚ ਇਹ ਬੰਦ ਹੋ ਗਈ ਅਤੇ ਵੈਲਸ ਨਿਊਯਾਰਕ ਵਿਖੇ ਡਾਕਖਾਨਾ ਦੇ ਠੀਕ ਸਾਹਮਣੇ ਰੁਕ ਗਈ। ਹੁਣ ਇੱਥੇ ਵੈਲਸ ਨਿਊਯਾਰਕ ਵਿਖੇ ਜੇਕਰ ਹਰੇਕ ਦੀ ਗਿਣਤੀ ਕੀਤੀ ਜਾਂਦੀ ਤਦ ਸਾਰੇ ਜਾਨਵਰਾਂ ਦੇ ਸਮੇਤ 300 ਵਸਨੀਕ ਹੋਣੀ ਸੀ ਅਤੇ ਇੱਕੋ ਇੱਕ ਚੀਜ਼ ਜੋ ਇਸ ਕਸਬੇ ਨਾਲ ਜੁੜੀ ਹੋਈ ਜਾਪਦੀ ਸੀ ਉਸ ਸੀ ਡਾਕਖਾਨਾ। ਅਤੇ ਮੈਂ ਜਲਦੀ ਹੀ ਜਾਣ ਲਿਆ ਕਿ ਇਹੋ ਹੀ ਉਹ ਥਾਂ ਵੀ ਹੈ ਜਿੱਥੇ ਹਰੇਕ ਇਕੱਠੇ ਹੁੰਦੇ ਸੀ। ਅਸੀਂ ਰੁਕ ਗਏ ਅਤੇ ਮੈਂ ਬਾਹਰ ਨਿਕਲ ਕੇ ਕਾਰ ਦੇ ਇੰਜਨ ਦੀ ਬੋਨਟ ਖੋਲ੍ਹਿਆ। ਅਸੀਂ ਇਸ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਤਾਂ ਕੋਈ ਹਰਕਤ ਵੀ ਨਹੀਂ ਕਰ ਸਕਦੀ ਅਤੇ ਉਹਨਾਂ ਨੂੰ ਪੈਟਰੋਲ ਪੰਪ ਨੂੰ ਜਾਣ ਲਈ ਕਿਹਾ ਜਿੱਥੋਂ ਹੋ ਸਕਦਾ ਸੀ ਕਿ ਕੋਈ ਮਦਦ ਪ੍ਰਾਪਤ ਹੁੰਦੀ ਅਤੇ ਅਸੀਂ ਹੈਂਟਨਸ ਮੋਬਾਈਲ ਗੈਸ ਸਟੇਸ਼ਨ ਨੂੰ ਗਏ ਜਿੱਥੇ ਅਲਮਨ ਨਾਂ ਦਾ ਇੱਕ ਮਨੁੱਖ ਪ੍ਰਧਾਨ ਸੀ। ਉਸ ਨੇ ਆਖਿਆ ਕਿ ਖੁਦ ਆਵੇਗਾ ਅਤੇ ਕਾਰ ਨੂੰ ਵੇਖੇਗਾ। ਉਸ ਨੇ ਇਸ ਨੂੰ ਵੇਖਣ ਤੋਂ ਪਹਿਲਾਂ ਹੀ ਮਨ ਵਿੱਚ ਜਾਣ ਲਿਆ ਸੀ ਕਿ ਕੀ ਖਰਾਬੀ ਸੀ। ਉਹ ਆਇਆ ਅਤੇ ਆਪਣਾ ਟਰੱਕ ਅਤੇ ਜਨਰੇਟਰ ਨਾਲ ਲਿਆਇਆ ਅਤੇ ਉਹ ਇਸ ਨੂੰ ਖਿੱਚ ਕੇ ਸਟਾਰਟ ਕਰਨ ਜਾ ਰਹੇ ਸਨ ਤਾਂ ਕਿ ਅਸੀਂ ਘਰ ਪਹੁੰਚ ਸਕੀਏ। ਮੈਂ ਕਾਰ ਵਿੱਚ ਬੈਠਾ ਅਤੇ ਉਹ ਸਾਡੀ ਬੈਟਰੀ ਨਾਲ ਤਾਰਾਂ ਜੋੜਨ ਨੂੰ ਗਿਆ। ਫਿਰ ਮੈਂ ਉਸ ਨੂੰ ਕਾਰ ਦੇ ਅਗਲੇ ਪਾਸੇ ਹੌਲੀ-ਹੌਲੀ ਘੁੰਮਦੇ ਵੇਖਿਆ ਅਤੇ ਫਿਰ ਡਰਾਈਵਰ ਦੀ ਖਿੜਕੀ ਕੋਲ ਆਇਆ ਅਤੇ ਆਖਣ ਲੱਗਾ, ਬੇਟੇ, ਇਸ ਕਾਰ ਵਿੱਚ ਤੁਸੀਂ ਕਿਸ ਕਿਸਮ ਦਾ ਤੇਲ ਪਾਇਆ ਸੀ? ਮੈਂ ਆਖਿਆ, ਮੈਂ ਇਸ ਵਿੱਚ ਡੀਜ਼ਲ ਤੇਲ ਪਾਇਆ ਸੀ। ਉਸ ਨੇ ਆਖਿਆ, ਮੈਨੂੰ ਤੁਹਾਨੂੰ ਇਹ ਦੱਸਦਿਆਂ ਨਫ਼ਰਤ ਆ ਰਹੀ ਹੈ, ਪਰ ਡੀਜ਼ਲ ਵਾਲੀ ਗੱਡੀ ਵਿੱਚ ਸਪਾਰਕ ਪਲੱਗ ਨਹੀਂ ਹੁੰਦੇ ਅਤੇ ਤੇਰੀ ਗੱਡੀ ਵਿੱਚ ਤਾਂ 8 ਲੱਗੇ ਹੋਏ ਹਨ। ਮੈਂ ਆਖਿਆ, 1 ਮਿੰਟ ਰੁਕੋ, ਇਹ ਸੰਭਵ ਨਹੀਂ ਹੈ। ਮੈਂ ਆਖਿਆ, ਬੋਨਟ ਉੱਤੇ ਲਿਖਿਆ ਹੋਇਆ ਹੈ, ਵੇਖੋ, ਇਹ ਆਖਦਾ ਹੈ ਡੀਜ਼ਲ। ਮੈਂ ਆਖਿਆ, ਪਿਛਲੇ ਡਿੱਗੀ ਉੱਤੇ ਨਜ਼ਰ ਮਾਰੋ, ਇੱਥੇ ਲਿਖਿਆ ਹੈ ਓਲਡ ਮੋਬਾਈਲ ਡੀਜ਼ਲ। ਮੈਂ ਆਖਿਆ, ਖਿੜਕੀ ਵਿੱਚ ਸਿਰ ਕਰਕੇ ਠੀਕ ਇੱਥੋਂ ਵੇਖੋ ਜਿੱਥੇ ਆਪ ਤੇਲ ਪਾਉਂਦੇ ਹੋ, ਇੱਥੇ ਲਿਖਿਆ ਹੈ ਸਿਰਫ ਡੀਜ਼ਲ ਤੇਲ। ਉਸ ਨੇ ਆਖਿਆ, ਮੈਨੂੰ ਇਸ ਦੀ ਕੋਈ ਪਰਵਾਹ ਨਹੀਂ, ਬੋਨਟ ਜਾਂ ਤੇਲ ਦੀ ਟੈਂਕੀ ਉੱਤੇ ਭਾਵੇਂ ਕੁਝ ਵੀ ਲਿਖਿਆ ਹੋਵੇ, ਇਹ ਡੀਜ਼ਲ ਵਾਲੀ ਗੱਡੀ ਨਹੀਂ ਹੈ, ਇਹ ਤਾਂ ਇੱਕ ਗੈਸ ਲਾਈਨ ਇੰਜਣ ਹੈ। ਮੈਂ ਬਾਹਰ ਨਿਕਲ ਕੇ ਗਿਆ ਅਤੇ ਵੇਖਿਆ ਅਤੇ ਸੱਚਮੁੱਚ ਉਸ ਡੀਜ਼ਲ ਗੱਡੀ ਵਿੱਚ ਗੈਸ ਲਾਈਨ ਇੰਜਣ ਸੀ। ਜੀ ਹਾਂ, ਇਹ ਮਨੁੱਖ ਉੱਚੀ ਆਵਾਜ਼ ਵਿੱਚ ਜ਼ੋਰ ਨਾਲ ਦੱਸਦਾ ਹੋਇਆ ਇਸ਼ਾਰਾ ਕਰ ਰਿਹਾ ਸੀ ਅਤੇ ਜਲਦੀ ਹੀ ਉਹ ਸਾਰੇ ਮਨੁੱਖ ਜੋ ਡਾਕਖਾਨੇ ਦੇ ਲਾਗੇ ਸਨ ਸਾਡੀ ਕਾਰ ਦੇ ਆਲੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਵੇਖੋ ਇਹਨਾਂ ਨੇ ਕੀ ਕੀਤਾ। ਉਹਨਾਂ ਨੇ ਤੇਲ ਪਾਇਆ ਅਤੇ ਡੰਡ ਉੱਥੇ ਖੜਾ ਪੈਦਲ ਚੱਲਣ ਵਾਲੇ ਰਾਸਤਿਓਂ ਅਲੋਪ ਹੋਣਾ ਚਾਹੁੰਦਾ ਸੀ। ਡੈਡੀ, ਕੀ ਅਸੀਂ ਇੱਥੇ ਨਹੀਂ ਜਾ ਸਕਦੇ? ਕੀ ਸਾਡੇ ਨਾਲ ਸੱਚਮੁੱਚ ਇਹੋ ਹੀ ਵਰਪਿਆ ਹੈ? ਜੀ ਹਾਂ, ਇਹ ਸੱਚਮੁੱਚ ਸਾਡੇ ਨਾਲ ਹੀ ਵਰਪਿਆ ਹੈ। ਅਸੀਂ $20 ਦਾ ਡੀਜ਼ਲ ਤੇਲ ਇੱਕ ਸਟੇਸ਼ਨ ਵੈਗਨ ਵਿੱਚੋਂ ਪਾਇਆ ਜਿਸ ਵਿੱਚ ਗੈਸਲਾਈਨ ਇੰਜਨ ਫਿੱਟ ਸੀ। ਸਮੱਸਿਆ ਇਹ ਸੀ, ਇਸ ਤੋਂ ਪਹਿਲਾਂ ਅਸੀਂ ਕਦੇ ਵੀ ਇਹ ਕਾਰ ਨਹੀਂ ਸੀ ਚਲਾਈ। ਜਿਸ ਵਿਅਕਤੀ ਦੀ ਇਹ ਕਾਰ ਸਾਨੂੰ ਉਧਾਰੀ ਦਿੱਤੀ ਸੀ ਉਹ ਸਾਨੂੰ ਦੱਸਣਾ ਭੁੱਲ ਗਿਆ ਸੀ ਕਿ ਇਸ ਦਾ ਇੰਜਣ ਬਦਲਿਆ ਗਿਆ ਸੀ। 2 ਹਫ਼ਤੇ ਪਹਿਲਾਂ ਹੀ ਉਹਨਾਂ ਨੇ ਇਸ ਵਿੱਚ ਗੈਸੋਲੀਨ ਇੰਜਣ ਰੱਖਿਆ ਸੀ ਅਤੇ ਉਹਨਾਂ ਨੇ ਇਸ ਉੱਤੇ ਪਹਿਲੇ ਡੀਜ਼ਲ ਦੇ ਲਿਖੀ ਹੋਈ ਸਟicker ਹੀ ਲੱਗੇ ਰਹਿਣ ਦਿੱਤੇ ਸਨ ਅਤੇ ਅਸੀਂ $20 ਦਾ ਡੀਜ਼ਲ ਤੇਲ ਇੱਕ ਗੈਸੋਲੀਨ ਇੰਜਣ ਵਿੱਚ ਪਾ ਦਿੱਤਾ ਸੀ। ਮੈਨੂੰ ਇੱਥੇ ਇਹ ਦੱਸਣਾ ਪੈਣਾ ਹੈ ਕਿ ਇਸ ਦਾ ਅੰਤ ਜ਼ਿਆਦਾ ਭੈੜਾ ਨਹੀਂ ਸੀ ਕਿਉਂਕਿ ਬਾਅਦ ਵਿੱਚ ਉਹਨਾਂ ਵਿੱਚ ਤੇਲ ਨੂੰ ਬਾਹਰ ਕੱਢ ਦਿੱਤਾ ਅਤੇ ਇਸ ਨੂੰ ਦੁਬਾਰਾ ਫਿਰ ਚਲਾਇਆ ਅਤੇ ਇਹ ਚੰਗੀ ਤਰ੍ਹਾਂ ਚੱਲ ਰਹੀ ਸੀ। ਮੈਂ ਆਪਣੇ ਜਿਉਂਦੇ ਜੀ ਇਸ ਨੂੰ ਕਦੇ ਨਹੀਂ ਭੁੱਲਾਂਗਾ। ਮੈਂ ਇਸ ਨੂੰ ਸੰਦੇਸ਼ ਦਾ ਅਧਿਐਨ ਕਰਦਿਆਂ ਆਪਣੇ ਦਿਮਾਗ ਵਿੱਚੋਂ ਨਹੀਂ ਸੀ ਕੱਢ ਸਕਿਆ ਕਿਉਂਕਿ ਇਹ ਉਹ ਸਮੱਸਿਆ ਵੀ ਢੁਕਵੀਂ ਉਦਾਹਰਨ ਹੈ ਜੋ ਸਾਡੇ ਸਾਰਿਆਂ ਦੇ ਸਾਹਮਣੇ ਆਉਂਦੀ ਹੈ। ਗੌਰ ਕਰੋ ਕਿ ਅਸੀਂ ਮਨੁੱਖੀ ਪ੍ਰਾਣੀ ਹਾਂ। ਸਾਡੇ ਸਭਨਾਂ ਉੱਤੇ ਇਹ ਲਿਖਿਆ ਹੋਇਆ ਹੈ। ਹਰ ਲੇਖਕ ਜੋ ਸਾਡੇ ਉੱਤੇ ਲੇਬਲ ਲਗਾਉਂਦਾ ਹੈ, ਵੇਖਦਾ ਹੈ, ਉਹ ਆਖਦਾ ਹੈ ਮਨੁੱਖੀ ਪ੍ਰਾਣੀ, ਮਾਸ ਅਤੇ ਲਹੂ।
ਅਸੀਂ ਤੇ ਮਨ ਫਿਰਾਏ ਗਏ ਹਾਂ ਕਿ ਸਾਡੇ ਮਨ ਨਹੀਂ ਫਿਰਾਏ, ਅਤੇ ਜਿਸ ਤੇਲ ਦਾ ਇਸਤੇਮਾਲ ਅਸੀਂ ਕਰਦੇ ਹੁੰਦੇ ਸਨ, ਉਸ ਦਾ ਇਸਤੇਮਾਲ ਅਸੀਂ ਹੁਣ ਨਹੀਂ ਕਰ ਸਕਦੇ। ਸਾਨੂੰ ਆਤਮਿਕ ਤੇਲ ਦਾ ਇਸਤੇਮਾਲ ਕਰਨਾ ਪੈਣਾ ਹੈ। ਅਤੇ ਜਦੋਂ ਆਤਮਿਕ ਮਨੁੱਖੀ ਪ੍ਰਾਣੀ ਨੂੰ ਪੁਰਾਣੀ ਕਿਸਮ ਦੇ ਤੇਲ ਨਾਲ ਚਲਾਉਣ ਦੀ ਕੋਸ਼ਿਸ਼ ਕਰੋ, ਤਦ ਇਹ ਕਾਰਜ ਨਹੀਂ ਕਰਦਾ। ਅਸਲ ਵਿੱਚ ਇਹ ਜੋ ਕਰਦਾ ਹੈ, ਉਹ ਤਾਂ ਬਸ ਧੂਆਂ ਹੀ ਕੱਢਦਾ ਹੈ। ਬਹੁਤ ਸਾਰੇ ਮਸੀਹੀ ਲੋਕ ਅੱਜ ਕੱਲ੍ਹ ਬਸ ਧੂਆਂ ਹੀ ਕੱਢ ਰਹੇ ਹਨ, ਕਿਉਂਕਿ ਉਹਨਾਂ ਕੋਲ ਕੰਮ ਕਰਨ ਲਈ ਠੀਕ ਕਿਸਮ ਦਾ ਤੇਲ ਨਹੀਂ ਹੈ। ਬਾਈਬਲ ਬਾਣੀ ਦੇ ਇਸ ਭਾਗ ਦੇ ਅਨੁਸਾਰ ਮਸੀਹੀ ਜੀਵਨ ਲਈ ਜੋ ਤੇਲ ਹੈ, ਉਹ ਉਹੀ ਚੀਜ਼ ਹੈ ਜੋ ਸਾਨੂੰ ਸਭਨਾਂ ਨੂੰ ਕੰਬਣੀ ਲਗਾ ਦਿੰਦਾ ਹੈ। ਜਦੋਂ ਵੀ ਅਸੀਂ ਇਸ ਨੂੰ ਸੁਣਦੇ ਹਾਂ, ਪ੍ਰਾਰਥਨਾ ਉਹ ਸ਼ਕਤੀ ਹੈ ਜੋ ਮਸੀਹੀ ਯੋਧੇ ਲਈ ਇਸ ਨੂੰ ਸੰਭਵ ਬਣਾਉਂਦੀ ਹੈ ਕਿ ਉਹ ਸ਼ਸਤਰਾਂ ਬਸਤਰ ਪਹਿਨੇ ਹੋਏ ਅਤੇ ਤਲਵਾਰ ਨੂੰ ਚਲਾਵੇ। ਅਸੀਂ ਆਪਣੀ ਖੁਦ ਦੀ ਸ਼ਕਤੀ ਵਿੱਚ ਹੋ ਕੇ ਇਸ ਯੁੱਧ ਨੂੰ ਨਹੀਂ ਲੜ ਸਕਦੇ। ਇਹ ਕੋਈ ਮਾਇਨਾ ਨਹੀਂ ਰੱਖਦਾ ਅਸੀਂ ਭਾਵੇਂ ਕਿੰਨੇ ਵੀ ਵਰਦਾਨ ਪਾਏ ਹੋਏ ਕਿਉਂ ਨਾ ਹੋਈਏ, ਜੇਕਰ ਅਸੀਂ ਮਸੀਹੀ ਜੀਵਨ ਨੂੰ ਆਤਮਾ ਦੀ ਸ਼ਕਤੀ ਤੋਂ ਇਲਾਵਾ ਸਰੀਰ ਦੀ ਸ਼ਕਤੀ ਵਿੱਚ ਕਾਰਜ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਸੀਹੀ ਜੀਵਨ ਸ਼ੋਰ ਸ਼ਰਾਬਾ ਕਰਦਾ ਅਤੇ ਅਚਾਨਕ ਤੇਜ਼ ਚੱਲਣ ਵਾਲਾ ਅਤੇ ਬੰਦ ਹੋਣ ਵਾਲਾ ਅਤੇ ਰੁਕਣ ਵਾਲਾ ਹੋਵੇਗਾ, ਅਤੇ ਆਮ ਕਰਕੇ ਇਹ ਸਾਡੇ ਲਈ ਅਤੇ ਸਾਡੇ ਪਰਮੇਸ਼ਰ ਦੇ ਲਈ ਇੱਕ ਨਿਰਾਸ਼ਾ ਹੋਵੇਗਾ। ਬਾਈਬਲ ਬਾਣੀ ਦੇ ਸਭ ਥਾਈਂ ਫਤਿਹ ਪਾਉਣ ਵਿੱਚ ਪ੍ਰਾਰਥਨਾ ਦੀ ਮਹੱਤਤਾ ਦੀਆਂ ਬਹੁਤ ਸਾਰੀਆਂ ਕਿਸਮਾਂ ਮਿਲਦੀਆਂ ਹਨ। ਕੂਚ ਦੀ ਪੁਸਤਕ ਦੇ 17 ਅਧਿਆਇ ਵਿੱਚੋਂ ਇਸ ਨਾਲ ਸੰਬੰਧਿਤ ਇੱਕ ਅਦਭੁਤ ਕਹਾਣੀ ਹੈ ਕਿ ਕਿਸ ਤਰ੍ਹਾਂ ਅਮਲੇਕੀ ਇਸਰਾਇਲ ਉੱਤੇ ਹਮਲਾ ਕੀਤਾ ਸੀ। ਕਿ ਆਪ ਨੂੰ ਯਾਦ ਹੈ ਕਿ ਕਿਸ ਤਰ੍ਹਾਂ ਮੂਸਾ ਪਹਾੜ ਉੱਤੇ ਪ੍ਰਾਰਥਨਾ ਕਰਨ ਨੂੰ ਗਿਆ ਸੀ ਅਤੇ ਯੋਸ਼ੂਆ ਬਾਦੀ ਵਿੱਚ ਤਲਵਾਰ ਚਲਾਉਣ ਨੂੰ, ਅਤੇ ਜਦੋਂ ਮੂਸਾ ਪ੍ਰਾਰਥਨਾ ਕਰ ਰਿਹਾ ਸੀ ਅਤੇ ਯੋਸ਼ੂਆ ਯੁੱਧ ਕਰ ਰਿਹਾ ਸੀ, ਤਦ ਉਹਨਾਂ ਨੇ ਫਤਿਹ ਪਾਈ ਸੀ। ਕੁਝ ਕੁ ਜਿਨ੍ਹਾਂ ਨੇ ਸ਼ਾਇਦ ਦੇਖਿਆ ਹੋਵੇਗਾ ਆਖਿਆ ਸੀ ਯੋਸ਼ੂਆ ਨੇ ਫਤਿਹ ਪਾਈ ਸੀ, ਪਰ ਉਹ ਜੋ ਜਾਣਦੇ ਸਨ ਉਹਨਾਂ ਨੂੰ ਪਤਾ ਸੀ ਕਿ ਫਤਿਹ ਮੂਸਾ ਨੇ ਪਾਈ ਸੀ, ਕਿਉਂਕਿ ਮੂਸਾ ਨੇ ਪ੍ਰਾਰਥਨਾ ਕੀਤੀ ਸੀ ਅਤੇ ਉਸ ਦੀ ਪ੍ਰਾਰਥਨਾ ਦੇ ਕਾਰਨ ਫਤਿਹ ਹਾਸਲ ਕੀਤੀ ਗਈ ਸੀ। ਮਨੁੱਖੋ ਅਤੇ ਔਰਤੋਂ, ਯਿਸੂ ਮਸੀਹ ਦੇ ਹਰੇਕ ਅੱਛੇ ਸਿਪਾਹੀ ਦੀ ਇੱਕ ਜ਼ਰੂਰਤ ਉਸ ਦੇ ਮਹਾਨ ਕਪਤਾਨ ਅਤੇ ਕਮਾਂਡਰ ਦੇ ਨਾਲ ਪ੍ਰਾਰਥਨਾ ਦੀ ਸੇਵਾ ਦੇ ਰਾਹੀਂ ਲਗਾਤਾਰ ਸੰਪਰਕ ਬਣਾਈ ਰੱਖਣਾ ਹੈ। ਜੇਕਰ ਆਪ ਪੁਰਾਣੇ ਨੇਮ ਦੇ ਯੋਧਿਆਂ ਦਾ ਅਧਿਐਨ ਕਰੋ, ਤਦ ਆਪ ਜਾਣੋਗੇ ਕਿ ਜਦੋਂ ਇਜ਼ਰਾਈਲ ਆਪਣੀ ਖੁਦ ਦੀ ਸ਼ਕਤੀ ਵਿੱਚ ਹੋ ਕੇ ਲੜਿਆ ਸੀ, ਤਦ ਉਹ ਹਰਾਇਆ ਗਿਆ ਸੀ, ਅਤੇ ਜਦੋਂ ਉਸ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਤਰਸ ਉੱਤੇ ਛੱਡ ਦਿੱਤਾ ਸੀ, ਜਦੋਂ ਉਸ ਨੇ ਪਰਮੇਸ਼ਰ ਦੇ ਬਲ ਉੱਤੇ ਭਰੋਸਾ ਰੱਖਿਆ ਸੀ, ਤਦ ਹਮੇਸ਼ਾ ਹੀ ਜਿੱਤ ਪ੍ਰਾਪਤ ਹੋਈ ਸੀ। ਯਾਦ ਰੱਖੋ ਕਿ ਅਬਰਾਹਮ ਨੇ ਉਤਪੱਤੀ ਦੀ ਪੁਸਤਕ ਦੇ 14 ਅਧਿਆਇ ਵਿੱਚ ਸਿਰਫ ਆਪਣੀ ਗਿਣਤੀ ਦੇ 318 ਸਿਖਲਾਈ ਪਾਏ ਹੋਏ ਮਨੁੱਖਾਂ ਨੂੰ ਲਿਆ ਅਤੇ ਉਸ ਨੇ ਰਾਜਿਆਂ ਦੀ ਸੰਯੁਕਤ ਫੌਜ ਉੱਤੇ ਫਤਹ ਪਾਈ ਸੀ, ਜਿਨ੍ਹਾਂ ਨੇ ਸਦੋਮ ਅਤੇ ਅਮੋਰਾ ਦੇ ਰਾਜਿਆਂ ਨਾਲ ਯੁੱਧ ਕੀਤਾ ਸੀ। ਕਿ ਆਪ ਨੂੰ ਗਿਦੋਨ ਬਾਰੇ ਯਾਦ ਹੈ, ਉਸ ਦੀ ਫੌਜ ਨੂੰ 32,000 ਤੋਂ 300 ਤੱਕ ਘਟਾਇਆ ਗਿਆ ਸੀ। ਉਸ ਨੇ ਇਸਰਾਏਲੀਆਂ ਨੂੰ ਮਦਿਆਨਿਆਂ ਦੀ ਗੁਲਾਮੀ ਤੋਂ ਛੁਡਾਇਆ ਸੀ। ਨਿਆਂਇਆਂ ਦੀ ਪੁਸਤਕ 7 ਅਧਿਆਇ ਅਤੇ 8 ਅਧਿਆਇ। ਯੋਸ਼ੂਆ ਨੇ ਤਾਕਤਵਰ ਲੋਕਾਂ ਦੇ ਵਿਰੁੱਧ ਭਾਵੇਂ ਆਪ ਉਹਨਾਂ ਨੂੰ ਕਿਵੇਂ ਵੀ ਲਓ, ਇਸਰਾਏਲ ਦੀ ਅਗਵਾਈ ਜ਼ਰੋ ਉੱਤੇ ਵੱਡੀ ਫਤਿਹ ਸਿਰਫ ਸ਼ਹਿਰ ਦੇ ਦੁਆਲੇ ਚੱਕਰ ਲਗਾਉਣ ਦੇ ਦੁਆਰਾ ਹੀ ਪਾਈ ਸੀ। ਯੋਸ਼ੂਆ 6 ਅਧਿਆਇ। ਰਾਜਾ ਹਿਜ਼ਕੀਆ ਨੇ ਅਸ਼ੂਰੀਆਂ ਉੱਤੇ ਫਤਿਹ ਪਾਈ ਅਤੇ ਉਸ ਨੇ ਉਹਨਾਂ ਸਾਰੇ ਫਤਿਹ ਪਾਉਣ ਵਾਲਿਆਂ ਨੂੰ ਜੋ ਉਸ ਦੇ ਅੱਗੇ ਅਤੇ ਪਿੱਛੇ ਗਏ ਸਨ, ਇਹ ਲਿਖਿਆ ਸੀ, ਸਾਡੇ ਨਾਲ ਯਹੋਵਾ ਸਾਡਾ ਪਰਮੇਸ਼ਰ ਹੈ ਜੋ ਸਾਡੀ ਸਹਾਇਤਾ ਕਰਦਾ ਹੈ, ਸਾਡੀਆਂ ਲੜਾਈਆਂ ਲੜਦਾ ਹੈ। ਦੂਸਰਾ ਇਤਿਹਾਸ 32 ਅਧਿਆਇ 8 ਵਚਨ। ਕੀ ਇਹ ਇੱਕ ਵੱਡੀ ਸੱਚਾਈ ਨਹੀਂ ਹੈ? ਸਾਡੇ ਨਾਲ ਯਹੋਵਾ ਸਾਡਾ ਪਰਮੇਸ਼ਰ ਹੈ ਜੋ ਸਾਡੀ ਸਹਾਇਤਾ ਕਰਦਾ ਹੈ ਅਤੇ ਸਾਡੀਆਂ ਲੜਾਈਆਂ ਲੜਦਾ ਹੈ। ਦੂਸਰਾ ਇਤਿਹਾਸ 32 ਅਧਿਆਇ 8 ਵਚਨ। ਸਾਨੂੰ ਇਸ ਬਾਰੇ ਹੈਰਾਨ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਬਾਈਬਲ ਬਾਣੀ ਦੇ ਇਸ ਬਹੁਤ ਹੀ ਫੌਜੀ ਭਾਗ ਨੂੰ ਪ੍ਰਾਰਥਨਾ ਸੰਬੰਧਿਤ ਬਹੁਤ ਹੀ ਢੁਕਵੀਂ ਆਇਤ ਨੂੰ ਪੜ੍ਹਦੇ ਹਾਂ। ਇਸ 18 ਆਇਤ ਵਿੱਚ ਸ਼ਾਇਦ ਪ੍ਰਾਰਥਨਾ ਨਾਲ ਸੰਬੰਧਿਤ ਬਾਈਬਲ ਦੀਆਂ ਸਿੱਖਿਆ ਸਮੁੱਚੀ ਬਾਈਬਲ ਬਾਣੀ ਵਿੱਚ ਹੋਰ ਕਿਤੇ ਵੀ ਸਾਨੂੰ ਇਸ ਤਰ੍ਹਾਂ ਨਹੀਂ ਮਿਲਦਾ। ਆਪ ਸਿਰਫ ਇਸੇ ਹੀ ਇੱਕ ਆਇਤ ਵਿੱਚ ਪ੍ਰਾਰਥਨਾ ਬਾਰੇ ਇੱਕ ਬਹੁਤ ਹੀ ਸੰਖੇਪ ਸਿੱਖਿਆ ਨੂੰ ਉਸਾਰ ਸਕਦੇ ਹੋ। ਇਸ ਇੱਕ ਆਇਤ ਵਿੱਚ ਉਸ ਨਾਲ ਬਹੁਤ ਜ਼ਿਆਦਾ ਹੈ ਜੋ ਮੈਂ ਇੱਕ ਸੰਦੇਸ਼ ਵਿੱਚ ਪ੍ਰਚਾਰ ਕਰ ਸਕਾਂ, ਪਰ ਮੈਂ ਚਾਹੁੰਦਾ ਹਾਂ ਕਿ ਆਪ ਪ੍ਰਾਰਥਨਾ ਦੀ ਉਸ ਕਿਸਮ ਉੱਤੇ ਗੌਰ ਕਰੋ ਜਿਸ ਬਾਰੇ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਜੁੜੇ ਹੋਏ ਹੋਈਏ, ਤਾਂ ਕਿ ਅਸੀਂ ਉਸ ਯੋਧੇ ਵਿੱਚ ਫਤਿਹਮੰਦ ਹੋਈਏ ਜਿਸ ਦੀਆਂ ਕਈ ਵਿਸ਼ੇਸ਼ਤਾਵਾਂ ਹਨ। ਇਸ ਆਇਤ ਵਿੱਚ ਇੱਕ ਜੇਤੂ ਪ੍ਰਾਰਥਨਾ ਜਾਂ ਇੱਕ ਯੋਧੇ ਦੀ ਪ੍ਰਾਰਥਨਾ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਗਈਆਂ ਹਨ। ਮੈਂ ਚਾਹੁੰਦਾ ਹਾਂ ਕਿ ਕੁਝ ਕੁ ਪਲਾਂ ਲਈ ਅਸੀਂ ਇਸ ਆਇਤ ਨੂੰ
ਬਸ ਅਲੱਗ ਕਰ ਲਈਏ ਅਤੇ ਜੇਕਰ ਅਸੀਂ ਖੋਜ ਸਕੀਏ ਤਦ ਇਹ ਖੋਜੀਏ ਕਿ ਪਰਮੇਸ਼ਰ ਆਪਣੇ ਕੰਮ ਨੂੰ ਕਰਨ ਵਿੱਚ ਕਿਵੇਂ ਖੁਆਇਸ਼ ਰੱਖਦਾ ਹੈ ਕਿ ਅਸੀਂ ਪ੍ਰਾਰਥਨਾ ਦਾ ਇਸਤੇਮਾਲ ਕਰੀਏ ਅਤੇ ਉਸ ਦੀ ਫੌਜ ਵਿੱਚ ਇੱਕ ਪ੍ਰਭਾਵਸ਼ਾਲੀ ਸਿਪਾਹੀ ਹੋਣ ਲਈ ਤਿਆਰ ਰਹੀਏ। ਨੰਬਰ 1, ਯੋਧੇ ਦੀ ਪ੍ਰਾਰਥਨਾ ਦਾ ਧੀਰਜ। ਸਭ ਤੋਂ ਪਹਿਲਾਂ ਕਿ ਆਪ ਯੋਧੇ ਦੀ ਪ੍ਰਾਰਥਨਾ ਦੇ ਧੀਰਜ ਬਾਰੇ ਗੌਰ ਕਰੋਗੇ। ਪਹਿਲੀ ਗੱਲ ਹੈ, ਹਰ ਸਮੇਂ ਪ੍ਰਾਰਥਨਾ ਕਰਦੇ ਰਹੋ। ਜੇਕਰ ਆਪ 18 ਐਤ ਨੂੰ ਤੱਕੋ ਤਦ ਆਪ ਵੇਖੋਗੇ ਕਿ ਸਾਰੇ ਸ਼ਬਦ ਬਾਰ-ਬਾਰ ਆਉਂਦੇ ਹਨ। ਅਸਲ ਵਿੱਚ ਤਾਂ ਆਪ ਜ਼ਰੂਰ ਇਸ ਨੂੰ ਆਪਣੀ ਬਾਈਬਲ ਵਿੱਚ ਨਿਸ਼ਾਨੀ ਲਗਾਉਣਾ ਚਾਹੋਗੇ। ਸਾਰੀ ਪ੍ਰਾਰਥਨਾਵਾਂ ਅਤੇ ਬੇਨਤੀਆਂ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹਦੇ ਨਿਮਿਤ ਸਾਰੇ ਸੰਤਾਂ ਲਈ ਬਹੁਤ ਤਕੜਾਈ ਨਾਲ ਅਤੇ ਬੇਨਤੀਆਂ ਨਾਲ ਜਾਗਦੇ ਰਹੋ। ਦੂਸਰੇ ਸ਼ਬਦਾਂ ਵਿੱਚ ਇਹ ਹੈ ਸਾਡੀ ਪ੍ਰਾਰਥਨਾ ਦੀ ਸੇਵਾ ਦੇ ਸਮੂਹਿਕ ਨਜ਼ਰੀਏ ਬਾਰੇ ਗੱਲਬਾਤ ਕਰ ਰਹੀ ਹੈ। ਲੂਕਾ 18 ਦੇ ਪਹਿਲਾ ਵਚਨ ਉਹ ਸਾਨੂੰ ਦੱਸਦਾ ਹੈ। ਉਸ ਨੇ ਉਹਨਾਂ ਨੂੰ ਇਸ ਮਤਵਲ ਦਾ ਇੱਕ ਦ੍ਰਿਸ਼ਟਾਂਤ ਦਿੱਤਾ ਜੋ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ ਅਤੇ ਸੁਸਤੀ ਨਹੀਂ ਕਰਨੀ ਚਾਹੀਦੀ। ਮਨੁੱਖਾਂ ਨੂੰ ਹਮੇਸ਼ਾ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਹਿਲਾ ਤਸਲੀਕਿਆ 5 ਦੇ 17 ਦੇ ਵਚਨ ਹਨ, ਨਿਤ ਪ੍ਰਾਰਥਨਾ ਕਰੋ। ਹੁਣ ਇਹ ਅਕਸਰ ਲੋਕਾਂ ਨੂੰ ਇਹ ਵਿਸ਼ਵਾਸ ਕਰਨ ਵਿੱਚ ਸ਼ਸ਼ੋ-ਪੰਜ ਵਿੱਚ ਪਾ ਦਿੱਤਾ ਹੈ ਕਿ ਸਾਨੂੰ ਭਿਕਸ਼ੂਆਂ ਦੀ ਤਰ੍ਹਾਂ ਆਪਣੇ ਹਰ ਸਮੇਂ ਹਰ ਸਾਹ ਨਾਲ ਪ੍ਰਾਰਥਨਾ ਕਰਦੇ ਰਹਿਣਾ ਪੈਣਾ ਹੈ। ਹਰ ਸਮੇਂ ਪ੍ਰਾਰਥਨਾ ਕਰਨ ਦਾ ਅਰਥ ਇਹ ਨਹੀਂ ਹੁੰਦਾ ਕਿ ਇੱਧਰ ਉੱਧਰ ਅਸੀਂ ਹਰ ਸਾਹ ਦੇ ਨਾਲ ਪ੍ਰਾਰਥਨਾ ਕਰਦੇ ਫਿਰੀਏ। ਇਸ ਦਾ ਅਰਥ ਹੁੰਦਾ ਹੈ ਕਿ ਅਸੀਂ ਲਗਾਤਾਰ ਪ੍ਰਾਰਥਨਾ ਦੇ ਇੱਕ ਵਤੀਰੇ ਵਿੱਚ ਅਤੇ ਅਸੀਂ ਹਰ ਪਲ ਪਰਮੇਸ਼ਰ ਉੱਤੇ ਭਰੋਸਾ ਰੱਖਦੇ ਹਾਂ। ਜਿਵੇਂ ਕਿਸੇ ਨੇ ਆਖਿਆ ਸੀ, ਸਵਰਗ ਦੇ ਫੋਨ ਨੂੰ ਹੱਥੋਂ ਛੱਡ ਦਿਓ। ਆਪ ਕਦੇ ਵੀ ਇਸ ਦੁਆਰਾ ਨਹੀਂ ਲਟਕਾ ਸਕਦੇ। ਆਪ ਹਮੇਸ਼ਾ ਹੀ ਪਰਮੇਸ਼ਰ ਲਈ ਉਪਲਬਧ ਹੋ ਅਤੇ ਉਹ ਆਪ ਲਈ। ਆਪ ਨੂੰ ਕਦੇ ਵੀ ਅਸਲ ਵਿੱਚ ਇਹ ਨਹੀਂ ਆਖਣਾ ਪੈਣਾ, ਹੇ ਪ੍ਰਭੂ ਅਸੀਂ ਤੇਰੀ ਹਜ਼ੂਰੀ ਵਿੱਚ ਆਉਂਦੇ ਹਾਂ, ਕਿਉਂਕਿ ਆਪ ਤੇ ਪਹਿਲਾਂ ਹੀ ਉਸ ਦੀ ਹਜ਼ੂਰੀ ਵਿੱਚ ਹੁੰਦੇ ਹੋ। ਕਿਸੇ ਨੇ ਲਿਖਿਆ ਹੈ, ਸ਼ੈਤਾਨ ਹਰ ਅੰਤ ਦਾ ਇਸਤੇਮਾਲ ਸਾਨੂੰ ਪ੍ਰਾਰਥਨਾ ਤੋਂ ਰੋਕਣ ਲਈ ਕਰੇਗਾ। ਉਹ ਸਰੀਰਕ ਅਕੇਵਾਂ ਅਤੇ ਥਕਾਵਟ ਲਿਆਵੇਗਾ। ਉਹ ਸਾਨੂੰ ਘਰ ਦੇ ਬੋਝਾਂ ਅਤੇ ਚਿੰਤਾਵਾਂ ਦੇ ਰਾਹੀਂ ਸਾਨੂੰ ਮਾਨਸਿਕ ਤੌਰ ਤੇ ਪ੍ਰਾਰਥਨਾ ਦੇ ਲਈ ਅਯੋਗ ਬਣਾਵੇਗਾ। ਉਹ ਸਾਰੀ ਪ੍ਰਾਰਥਨਾ ਅਤੇ ਸ਼ਕਤੀ ਨੂੰ ਸ਼ੱਕ, ਨਿਰਾਸ਼ਾ ਅਤੇ ਉਦਾਸੀ ਨਾਲ ਨਾਸ਼ ਕਰੇਗਾ। ਇਸ ਤਰ੍ਹਾਂ ਜਦੋਂ ਅਸੀਂ ਸਭ ਤੋਂ ਘੱਟ ਪ੍ਰਾਰਥਨਾ ਮਹਿਸੂਸ ਕਰਦੇ ਹੋਈਏ, ਉਦੋਂ ਸਾਨੂੰ ਸਭ ਤੋਂ ਵੱਧ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਸ਼ੈਤਾਨ ਪਹਿਲਾਂ ਹੀ ਆਪਣਾ ਟਿਕਾਣਾ ਸਾਡੇ ਅੰਦਰ ਬਣਾ ਚੁੱਕਾ ਹੈ। ਇਹ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਪ੍ਰਾਰਥਨਾ ਸਾਡੀ ਭਾਵਨਾ ਦੇ ਦੁਆਰਾ ਪੈਦਾ ਨਹੀਂ ਕੀਤੀ ਜਾ ਸਕਦੀ। ਇਹ ਸਾਡੇ ਦੁਆਰਾ ਕੁਝ ਕੀਤਾ ਜਾਣਾ ਵਾਲਾ ਕੰਮ ਨਹੀਂ ਹੋ ਸਕਦਾ ਜਦੋਂ ਅਸੀਂ ਇਸ ਨੂੰ ਕਰਨਾ ਮਹਿਸੂਸ ਕਰਦੇ ਹੋਈਏ। ਪਰ ਪ੍ਰਾਰਥਨਾ ਤਾਂ ਕੁਝ ਹਮੇਸ਼ਾ ਹੀ ਸਾਡੇ ਬਚਾਉਣ ਵਾਲਾ ਹੁੰਦਾ ਹੈ, ਤਾਂ ਕਿ ਅਸੀਂ ਹਮੇਸ਼ਾ ਹੀ ਪ੍ਰਾਰਥਨਾ ਕਰਨ ਦੇ ਖੇਤਰ ਵਿੱਚ ਹੋਈਏ ਅਤੇ ਪਰਮੇਸ਼ਰ ਨਾਲ ਸੰਪਰਕ ਕਰਨ ਦੇ ਯੋਗ ਹੋਈਏ। ਕਿਉਂਕਿ ਆਪ ਸਮਝਦੇ ਹੋ ਕਿ ਵੈਰੀ ਹਮੇਸ਼ਾ ਹੀ ਸਾਡੇ ਪ੍ਰਾਰਥਨਾ ਤੋਂ ਬਾਹਰ ਹੋਣ ਲਈ ਤੱਕਦਾ ਹੈ। ਉਹ ਉਸ ਪਲ ਦੀ ਉਡੀਕ ਕਰਦਾ ਹੈ ਜਦੋਂ ਆਪਣੇ ਪ੍ਰਾਰਥਨਾ ਦੇ ਜੀਵਨ ਤੋਂ ਕਿਨਾਰਾ ਕਰ ਚੁੱਕੇ ਹੁੰਦੇ ਹਾਂ ਅਤੇ ਫਿਰ ਉਹ ਸਾਡਾ ਫਾਇਦਾ ਉਠਾਉਂਦਾ ਹੈ। ਜ਼ਰੂਰੀ ਹੈ ਕਿ ਅਸੀਂ ਲਗਾਤਾਰ ਪ੍ਰਾਰਥਨਾ ਵਿੱਚ ਬਣੇ ਰਹੀਏ, ਕਿਉਂਕਿ ਅਸੀਂ ਹਮੇਸ਼ਾ ਹੀ ਖੇਤਰ ਵਿੱਚ ਬਣੇ ਰਹਿੰਦੇ ਹਾਂ। ਯੋਧੇ ਦੀ ਪ੍ਰਾਰਥਨਾ ਦਾ ਧੀਰਜ। ਨੰਬਰ 2, ਯੋਧੇ ਦੀ ਪ੍ਰਾਰਥਨਾ ਦੀਆਂ ਸੰਭਾਵਨਾਵਾਂ। ਜਿਉਂ-ਜਿਉਂ ਆਪ ਇਸ ਐਤ ਦੇ ਵਚਨਾਂ ਨੂੰ ਪੜ੍ਹਦੇ ਹੋ, ਗੌਰ ਕਰੋ ਕਿ ਇਹ ਯੋਧੇ ਦੀ ਪ੍ਰਾਰਥਨਾ ਦੀਆਂ ਸੰਭਾਵਨਾ ਬਾਰੇ ਗੱਲ ਕਰਦੀ ਹੈ। ਪੌਲੁਸ ਨੇ ਆਖਿਆ ਸੀ, ਸਾਰੀ ਪ੍ਰਾਰਥਨਾ ਅਤੇ ਬੇਨਤੀਆਂ ਨਾਲ ਹਰ ਸਮੇਂ ਪ੍ਰਾਰਥਨਾ ਕਰਦੇ ਰਹੋ। ਹੁਣ ਇਸ ਦਾ ਅਰਥ ਕੀ ਹੁੰਦਾ ਹੈ? ਸਾਰੀ ਪ੍ਰਾਰਥਨਾਵਾਂ ਨਾਲ ਬੇਨਤੀ ਕਰਨਾ। ਜੀ ਹਾਂ, ਇੱਥੇ ਸਭ ਕਿਸਮ ਦੀਆਂ ਪ੍ਰਾਰਥਨਾ ਕਰਨਾ ਹੈ। ਇਹ ਪ੍ਰਾਰਥਨਾ ਦੀਆਂ ਸਾਰੀਆਂ ਕਿਸਮਾਂ ਹਨ। ਸਾਨੂੰ ਹਰ ਮੌਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜਦੋਂ ਪੌਲੁਸ ਲਿਖਦਾ ਹੈ ਕਿ ਸਾਡੀ ਪ੍ਰਾਰਥਨਾ ਨੂੰ ਸਾਰੀਆਂ ਪ੍ਰਾਰਥਨਾ ਹੋਣਾ ਪੈਣਾ ਹੈ, ਹੋ ਸਕਦਾ ਹੈ ਕਿ ਉਸ ਦਾ ਅਰਥ ਇਹ ਹੋਵੇ ਸਾਨੂੰ ਸਾਰੇ ਮੌਕਿਆਂ ਉੱਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪ੍ਰਾਰਥਨਾ ਦੀਆਂ ਸਭਾਵਾਂ ਵਿੱਚ, ਪ੍ਰਾਰਥਨਾ ਦੀਆਂ ਟੋਲੀਆਂ ਵਿੱਚ, ਸਰਵਜਨਕ ਬੰਦਗੀ ਵਿੱਚ ਅਤੇ ਸਮਾਜਿਕ ਮੌਕਿਆਂ ਦੇ ਦੌਰਾਨ ਐੜਾ ਭਾਗ ਸਾਨੂੰ ਸਭ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਸ ਦਾ ਅਰਥ ਇਹ ਹੋ ਸਕਦਾ ਹੈ ਕਿ ਸਾਨੂੰ ਸਭਨੀ ਥਾਈਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਪ੍ਰਾਰਥਨਾ ਦੇ ਕਮਰੇ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਪਰਿਵਾਰਿਕ ਮੇਜ਼ ਦੇ ਦੁਆਲੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਬਾਈਬਲ ਦੀਆਂ ਜਮਾਤਾਂ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸਾਨੂੰ ਆਪਣੇ ਖੁਦ ਦੇ ਨਿੱਜੀ ਭਗਤੀਪੂਰਨ ਸਮਿਆਂ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਹੈ। ਈੜੀ ਭਾਗ ਸਾਨੂੰ ਖੁਸ਼ਹਾਲੀ ਅਤੇ ਵਿਰੋਧਤਾ ਦੇ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਰੇ ਮੌਕਿਆਂ ਦੇ ਦੌਰਾਨ ਸਭਨੀ ਥਾਈਂ ਹਰ ਸਮੇਂ ਸਾਨੂੰ ਖੁਸ਼ਹਾਲੀ ਅਤੇ ਵਿਰੋਧਤਾ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਬਿਮਾਰੀ ਅਤੇ ਤੰਦਰੁਸਤੀ ਵਿੱਚ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਸਵੇਰੇ, ਦੁਪਹਿਰੇ ਅਤੇ ਰਾਤ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਕਦੇ ਵੀ ਇਹੋ ਜਿਹਾ ਸਮਾਂ ਨਹੀਂ ਜਦੋਂ ਅਸੀਂ ਪ੍ਰਾਰਥਨਾ ਨਾ ਕਰ ਸਕੀਏ। ਸੱਸਾ ਭਾਗ ਸਾਨੂੰ ਸਭਨਾਂ ਚੀਜ਼ਾਂ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਸਭ ਚੀਜ਼ਾਂ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਵਿਅਕਤੀਗਤ ਚੀਜ਼ਾਂ ਦੇ ਲਈ ਅਤੇ ਘਰੇਲੂ ਚੀਜ਼ਾਂ ਲਈ, ਕਾਰੋਬਾਰੀ ਅਤੇ ਕੰਮ ਦੀਆਂ ਚੀਜ਼ਾਂ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜਦੋਂ ਬਾਈਬਲ ਆਖਦੀ ਹੈ ਕਿ ਸਾਨੂੰ ਹਮੇਸ਼ਾ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸਾਨੂੰ ਸਾਰੀਆਂ ਪ੍ਰਾਰਥਨਾ ਨਾਲ ਬੇਨਤੀ ਕਰਨੀ ਚਾਹੀਦੀ ਹੈ, ਤਦ ਉਹ ਹਰ ਚੀਜ਼ ਵਿੱਚ ਆਪਣੀਆਂ ਜ਼ਰੂਰਤਾਂ ਅਤੇ ਸਿਫਾਰਸ਼ਾਂ ਅਤੇ ਪ੍ਰਾਰਥਨਾ ਅਤੇ ਧੰਨਵਾਦ ਅਤੇ ਉਸਤਤ ਬਾਰੇ ਜ਼ਿਕਰ ਕਰ ਰਿਹਾ ਹੈ। ਪ੍ਰਾਰਥਨਾ ਦੀਆਂ ਸਾਰੀਆਂ ਕਿਸਮਾਂ ਵਿੱਚ ਹਰ ਸਥਿਤੀ ਵਿੱਚ ਜਿਉਂ-ਜਿਉਂ ਅਸੀਂ ਪਰਮੇਸ਼ਰ ਦੇ ਨਾਲ-ਨਾਲ ਚੱਲਦੇ ਹਾਂ, ਤਾਂ ਸਾਡਾ ਸੰਪੂਰਨ ਜੀਵਨ ਇੱਕ ਪ੍ਰਾਰਥਨਾ ਹੋਣਾ ਚਾਹੀਦਾ ਹੈ। ਸੱਚਮੁੱਚ ਇਹ ਸਾਡੇ ਲਈ ਸੰਭਵ ਹੋਣਾ ਚਾਹੀਦਾ ਹੈ ਕਿ ਸਮੇਂ ਦੇ ਕਿਸੇ ਪਲ ਵਿੱਚ ਵੀ ਬਿਨਾਂ ਕੋਈ ਲੰਬੀ ਚੌੜੀ ਤਿਆਰੀ ਕਰਨ ਦੇ ਅਸੀਂ ਪਰਮੇਸ਼ਰ ਦੇ ਨਾਲ ਸੰਪਰਕ ਕਰ ਸਕਦੇ ਹੋਈਏ। ਕਿ ਕਦੇ ਆਪਨੇ ਆਪਣੇ ਆਪ ਨੂੰ ਇਸ ਤਰ੍ਹਾਂ ਤਿਆਰ ਹੁੰਦੇ ਪਾਇਆ ਹੈ ਕਿ ਕਦੇ ਵੀ ਆਪਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਸਨਮੁਖ ਪ੍ਰਾਰਥਨਾ ਕਰਨ ਵਾਲਾ ਸਾਹ ਲੈਂਦੇ ਹੋਏ ਪਾਉਂਦੇ ਹੋ? ਹੇ ਪ੍ਰਭੂ, ਮੈਨੂੰ ਵਿਖਾ ਕਿ ਮੈਂ ਕੀ ਕਰਾਂ। ਠੀਕ ਇਸ ਪਲ ਮੈਨੂੰ ਆਪ ਦੀ ਇੱਛਾ ਨੂੰ ਸਮਝਣ ਵਿੱਚ ਮਦਦ ਕਰ। ਆਪ ਨੂੰ ਕੋਈ ਉਲੀਕੀ ਹੋਈ ਲੰਬੀ ਬਹਿਸ ਨਹੀਂ ਕਰਨੀ ਪੈਣੀ। ਇਹ ਤਾਂ ਪਤਰਸ ਦੀ ਤਰ੍ਹਾਂ ਹੀ ਹੈ, ਜਦੋਂ ਕਿ ਉਹ ਪ੍ਰਭੂ ਕੋਲ ਜਾਣ ਲਈ ਕੋਸ਼ਿਸ਼ ਕਰਨ ਤੋਂ ਬਾਅਦ ਉਹ ਝੀਲ ਵਿੱਚ ਡੁੱਬਣਾ ਸ਼ੁਰੂ ਹੋ ਗਿਆ ਸੀ। ਮੇਰਾ ਕਾਫਾ ਹੈ ਕਿ ਪਤਰਸ ਬਹੁਤ ਹੀ ਪ੍ਰਸੰਨ ਸੀ ਕਿ ਉਹ ਇੱਕ ਅੱਛੀ ਪ੍ਰਾਰਥਨਾ ਕਰਨ ਦੀ ਹਾਲਤ ਵਿੱਚ ਸੀ ਜਦੋਂ ਉਸ ਨੇ ਡੁੱਬਣਾ ਆਰੰਭ ਕੀਤਾ ਸੀ, ਕਿਉਂਕਿ ਉਦੋਂ ਉਸ ਕੋਲ ਇੱਕ ਦੁਹਾਈ ਦੇਣ ਦਾ ਇਲਾਵਾ ਹੋਰ ਕੁਝ ਨਹੀਂ ਸੀ। ਪ੍ਰਭੂ, ਮੇਰੀ ਮਦਦ ਕਰ। ਸਾਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਹਮੇਸ਼ਾ ਹੀ ਪ੍ਰਾਰਥਨਾ ਦੀ ਆਤਮਾ ਵਿੱਚ ਹੋਣਾ ਪੈਣਾ ਹੈ। ਤਦ ਪ੍ਰਾਰਥਨਾ ਦੀਆਂ ਕਈ ਸੰਭਾਵਨਾ ਹੁੰਦੀਆਂ ਹਨ। ਸਾਰੇ ਮੌਕਿਆਂ ਉੱਤੇ, ਹਰ ਥਾਂ ਵਿਖੇ, ਸਭਨਾਂ ਸਮਿਆਂ ਵਿੱਚ ਅਤੇ ਸਭਨਾਂ ਚੀਜ਼ਾਂ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਨੰਬਰ 3, ਯੋਧੇ ਦੀ ਪ੍ਰਾਰਥਨਾ ਦੀ ਬੇਨਤੀ। ਤੀਸਰੀ ਗੱਲ, ਯੋਧੇ ਦੀ ਪ੍ਰਾਰਥਨਾ ਦੀ ਬੇਨਤੀ ਉੱਤੇ ਗੌਰ ਕਰੋ। ਉਸ ਐਤ ਵਿੱਚੋਂ ਪੜ੍ਹਦੇ ਰਹੋ, ਸਾਰੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨਾਲ ਹਰ ਸਮੇਂ ਪ੍ਰਾਰਥਨਾ ਕਰਦੇ ਰਹੋ। ਹੁਣ ਬੇਨਤੀ ਦਾ ਸਰਲ ਅਰਥ ਮੰਗਣਾ ਹੁੰਦਾ ਹੈ। ਇਹਦਾ ਅਰਥ ਪਰਮੇਸ਼ਰ ਤੋਂ ਉਹ ਮੰਗਣਾ ਹੁੰਦਾ ਹੈ ਜੋ ਆਪ ਦੀ ਜ਼ਰੂਰਤ ਹੋਵੇ। ਸਾਨੂੰ ਬੰਦਗੀ ਅਤੇ ਸ਼ੁਕਰਗੁਜ਼ਾਰੀ ਅਤੇ ਧੰਨਵਾਦ ਦੇ ਨਾਲ ਪਰਮੇਸ਼ਰ ਦੇ ਕੋਲ ਨਿਸ਼ਚਿਤ ਤੌਰ ਤੇ ਆਉਂਦੇ ਹੀ ਹਾਂ, ਪਰ ਮੰਗਦੇ ਹੋਇਆਂ ਵੀ ਪਰਮੇਸ਼ਰ ਕੋਲ ਜ਼ਰੂਰ ਆਉਣਾ ਚਾਹੀਦਾ ਹੈ। ਆਪ ਜਾਣਦੇ ਹੋ ਕਿ ਇਹ ਤਾਂ ਇੱਕ ਸਰਲ ਸਚਾਈ ਹੈ ਜਿਸ ਨੂੰ ਸਾਡੇ ਲਈ ਆਖਣਾ ਕਰੀਬ-ਕਰੀਬ ਹਸੀਬ ਹੈ। ਅਸੀਂ ਨਿਸ਼ਚਿਤ ਤੌਰ ਤੇ ਜਾਣਦੇ ਹਾਂ ਕਿ ਪ੍ਰਾਰਥਨਾ ਕਰਨਾ ਮੰਗਣਾ ਹੁੰਦਾ ਹੈ, ਅਤੇ ਫਿਰ ਵੀ ਬਾਈਬਲ ਆਖਦੀ ਹੈ ਕਿ ਸਾਡੇ ਕੋਲ ਨਹੀਂ ਹੈ ਕਿਉਂਕਿ ਅਸੀਂ ਮੰਗਦੇ ਨਹੀਂ। ਇਹ ਇੰਨੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਡੇ ਲਈ ਉਸ ਵਾਸਤੇ ਜਹਿਦ ਕਰਨਾ ਰਹਿਣਾ ਕਿੰਨਾ ਹੀ ਆਸਾਨ ਹੁੰਦਾ ਹੈ ਜਿਸ ਦੇ ਲਈ ਅਸੀਂ ਪੁੱਛਿਆ ਹੀ ਨਹੀਂ ਹੈ, ਉਸ ਨੂੰ ਪਾਲਣਾ ਜਿਸ ਦੇ ਲਈ ਅਸੀਂ ਅਜੇ ਖੜਕਾਇਆ ਹੀ ਨਹੀਂ ਹੈ। ਅਸੀਂ ਇਸ ਕਰਕੇ ਮੰਗ ਰਹੇ ਹਾਂ ਕਿਉਂਕਿ ਇਹੋ ਹੀ ਇੱਕ ਤਰੀਕਾ ਹੈ ਜਿਸ ਦੇ ਅਨੁਸਾਰ ਸਾਡੇ ਲਈ ਕਾਰਜਸ਼ੀਲ ਹੋਣਾ ਬਹੁਤ ਹੀ ਜ਼ਰੂਰੀ ਹੈ। ਮੈਂ ਇੱਕ ਮਹਾਨ ਬਰਤਾਨੀਆ ਪ੍ਰਚਾਰਕ ਚਾਰਲਸ ਹੈਂਡਨ ਸਪਿਰਜਨ ਦੇ ਦੁਆਰਾ ਦਿੱਤੇ ਇੱਕ ਸੰਦੇਸ਼ ਨੂੰ ਪੜ੍ਹਿਆ ਸੀ। ਉਸਨੇ ਆਖਿਆ, ਮੰਗਣਾ ਰਾਜ ਦਾ ਕਾਨੂੰਨ ਹੈ ਜੋ ਕਿਸੇ ਦੇ ਵੀ ਮਾਮਲੇ ਵਿੱਚ ਕਦੇ ਵੀ ਬਦਲਿਆ ਨਹੀਂ ਜਾਵੇਗਾ। ਜੇਕਰ ਆਪ ਪਰਮੇਸ਼ਰ ਦੀ ਸ਼ਾਹੀ ਅਤੇ ਦੇਵੀ ਪੁੱਤਰ ਮੰਗਣ ਦੇ ਕਾਨੂੰਨ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ ਤਾਂ ਕਿ ਉਹ ਪ੍ਰਾਪਤ ਕਰ ਸਕੇ, ਤਦ ਆਪ ਅਤੇ ਮੈਂ ਆਪ ਨਹੀਂ ਕਰ ਸਕਦੇ ਕਿ ਇਹ ਕਾਨੂੰਨ ਸਾਡੇ ਪੱਖ ਵਿੱਚ ਵੀ ਬਦਲਿਆ ਜਾਵੇਗਾ। ਪਰਮੇਸ਼ਰ ਏਲੀਆ ਨੂੰ ਆਸ਼ੀਸ਼ ਦੇਵੇਗਾ ਅਤੇ ਇਸਰਾਏਲ ਉੱਤੇ ਮੀਂਹ ਭੇਜੇਗਾ, ਪਰ ਜ਼ਰੂਰੀ ਹੈ ਕਿ ਏਲੀਆ ਇਹ ਲਈ ਪ੍ਰਾਰਥਨਾ ਕਰੇ। ਪਰਮੇਸ਼ਰ ਚੁਣੀ ਹੋਈ ਕੌਮ ਨੂੰ ਖੁਸ਼ਹਾਲ ਹੋਣ ਦੀ ਆਗਿਆ ਦੇਵੇਗਾ, ਪਰ ਜ਼ਰੂਰੀ ਹੈ ਕਿ ਸੈਮੂਅਲ ਇਹਨਾਂ ਲਈ ਬੇਨਤੀ ਕਰੇ। ਜੇਕਰ ਯਹੂਦੀਆਂ ਨੂੰ ਛੁਡਾਇਆ ਜਾਣਾ ਹੈ ਤਦ ਦਾਨੀਏਲ ਨੂੰ ਸਿਫਾਰਿਸ਼ ਕਰਨੀ ਪੈਣੀ ਹੈ। ਪਰਮੇਸ਼ਰ ਪੌਲੁਸ ਨੂੰ ਆਸ਼ੀਸ਼ ਦੇਵੇਗਾ ਅਤੇ ਕੌਮ ਉਸ ਦੇ ਰਾਹੀਂ ਮਨ ਫਿਰਾਇਆ ਜਾਵੇਗਾ, ਪਰ ਜ਼ਰੂਰੀ ਹੈ ਕਿ ਪੌਲੁਸ ਪ੍ਰਾਰਥਨਾ ਕਰੇ, ਅਤੇ ਉਸ ਨੇ ਬੇਰੁਕੇ ਪ੍ਰਾਰਥਨਾ ਕੀਤੀ ਕਿਉਂਕਿ ਉਸ ਦੀਆਂ ਪੱਤਰੀਆਂ ਇਹ ਜ਼ਾਹਿਰ ਕਰਦੀਆਂ ਹਨ ਪੌਲੁਸ ਨੇ ਬਿਨਾਂ ਮੰਗਿਆ ਕਿਸੇ ਵੀ ਚੀਜ਼ ਦੀ ਆਸ ਨਹੀਂ ਸੀ ਕੀਤੀ। ਜਦੋਂ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਸਾਰੀ ਪ੍ਰਾਰਥਨਾ ਤੇ ਬੇਨਤੀਆਂ ਨਾਲ ਹਰ ਸਮੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਤਦ ਇਸ ਦਾ ਅਰਥ ਹੁੰਦਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਉਹ ਸਾਨੂੰ ਪਰਮੇਸ਼ਰ ਕੋਲੋਂ ਮੰਗਣੀਆਂ ਚਾਹੀਦੀਆਂ ਹਨ। ਸਾਨੂੰ ਉਸ ਕੋਲੋਂ ਬੇਨਤੀਆਂ ਕਰਦਿਆਂ ਅਤੇ ਉਸ ਕੋਲੋਂ ਮੰਗਣਾ ਚਾਹੀਦਾ ਹੈ। ਇਸੇ ਕਰਕੇ ਅਸੀਂ ਪ੍ਰਾਰਥਨਾ ਦੀਆਂ ਸੂਚੀਆਂ ਬਣਾਉਂਦੇ ਹਾਂ ਕਿ ਪਰਮੇਸ਼ਰ ਗਰੀਬ ਕੀਤਾ ਜਾਂਦਾ ਹੈ। ਇੱਕੋ ਹੀ ਇੱਕ ਉੱਤਰ ਹੈ, ਜੀ ਨਹੀਂ। ਉਹ ਇਹ ਹੈ, ਜੇਕਰ ਸਾਡੇ ਕੋਲ ਨਹੀਂ ਹੈ ਜਿਸ ਦੀ ਸਾਨੂੰ ਜ਼ਰੂਰਤ ਹੈ ਅਤੇ ਪਰਮੇਸ਼ਰ ਨੇ ਵਾਅਦਾ ਕੀਤਾ ਹੋਇਆ ਹੈ ਕਿ ਉਹ ਉਸ ਨੂੰ ਪੂਰਾ ਕਰੇਗਾ ਜੋ ਸਾਡੀ ਜ਼ਰੂਰਤ ਹੈ, ਤਦ ਇੱਕ ਚੀਜ਼ ਹੈ ਜਿਸ ਨੂੰ ਅਸੀਂ ਆਪਣੀਆਂ ਖਾਸ ਸਮੱਸਿਆ ਦੇ ਕਾਰਨ
ਵਜੋਂ ਤੱਕ ਸਕਦੇ ਹਾਂ। ਸਾਡੇ ਕੋਲ ਇਸ ਕਰਕੇ ਨਹੀਂ ਹੈ ਕਿਉਂਕਿ ਅਸੀਂ ਮੰਗਦੇ ਨਹੀਂ ਹੈ। ਕੀ ਇਹ ਰੋਚਕ ਗੱਲ ਨਹੀਂ ਹੈ ਕਿ ਅਸੀਂ ਸਭ ਇਹ ਕਿਵੇਂ ਜਾਣਦੇ ਹੀ ਅਸੀਂ ਜਾਣਦੇ ਹਾਂ ਕਿ ਇਹੋ ਹੀ ਹੈ ਜੋ ਸਾਨੂੰ ਕਰਦੇ ਹੋਣਾ ਚਾਹੀਦਾ ਹੈ, ਪਰ ਅਸੀਂ ਇਸ ਨਾਲੋਂ ਕਿਤੇ ਜ਼ਿਆਦਾ ਸ਼ਕਤੀ ਇਸ ਬਾਰੇ ਚਿੰਤਾ ਕਰਦਿਆਂ ਖਰਚ ਕਰਨ ਲੱਗ ਜਾਂਦੇ ਹਾਂ ਕਿ ਸਾਡੇ ਕੋਲ ਇਹ ਕਿਉਂ ਨਹੀਂ ਹੈ, ਅਤੇ ਫਿਰ ਅਸੀਂ ਪਰਮੇਸ਼ਰ ਕੋਲੋਂ ਇਸ ਨੂੰ ਪੂਰਾ ਕਰਨ ਲਈ ਮੰਗਦੇ ਹਾਂ। ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੇ। ਦੋਸਤੋ, ਅੱਜ ਅਸੀਂ ਆਤਮਿਕ ਯੁੱਧ ਦੇ ਲੜੀਵਾਰ ਅਧਿਐਨ ਦੇ ਵਿੱਚ ਪਰਮੇਸ਼ਰ ਦੇ ਇੱਕ ਹੋਰ ਸ਼ਸਤਰ ਨੂੰ ਜਾਣਨ ਦੇ ਲਈ ਡਾਕਟਰ ਡੇਵਿਡ ਯਰਮਾਇਆ ਦੇ ਨਾਲ ਆਪਣੀ ਸਿੱਖਿਆ ਨੂੰ ਸ਼ੁਰੂ ਕਰ ਰਹੇ ਸੀ। ਉਸ ਸ਼ਸਤਰ ਦਾ ਨਾਮ ਹੈ ਪ੍ਰਾਰਥਨਾ। ਦੋਸਤੋ, ਅਸੀਂ ਕਾਰ ਦੇ ਉਦਾਹਰਣ ਨੂੰ ਵੇਖਿਆ ਜਿਸ ਦੇ ਵਿੱਚ ਪੈਟਰੋਲ ਦੀ ਥਾਂ ਡੀਜ਼ਲ ਪਾ ਦਿੱਤਾ ਗਿਆ ਸੀ। ਇਹ ਉਦਾਹਰਣ ਸਾਨੂੰ ਦੱਸਦਾ ਹੈ ਕਿ ਜਿਸ ਤਰ੍ਹਾਂ ਸਹੀ ਤੇਲ ਕਾਰ ਨੂੰ ਚਲਾਉਣ ਦੇ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਪ੍ਰਾਰਥਨਾ ਵੀ ਉਹ ਤੇਲ ਦੀ ਤਰ੍ਹਾਂ ਹੈ ਜੋ ਸਾਨੂੰ ਯੁੱਧ ਵਿੱਚ ਲੜਨ ਦੇ ਲਈ ਸ਼ਕਤੀ ਪ੍ਰਦਾਨ ਕਰਦੀ ਹੈ। ਅਸੀਂ ਅਬਰਾਹਮ ਦੇ ਬਾਰੇ ਜਾਣਿਆ ਕਿ ਕਿਵੇਂ ਉਹਨੇ ਸਿਰਫ 318 ਯੋਧਿਆਂ ਦੇ ਨਾਲ 4 ਰਾਜਿਆਂ ਨੂੰ ਹਰਾਤਾ, ਜਿਨ੍ਹਾਂ ਨੇ ਸਦੋਮ ਔਰ ਅਮੋਰਾ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਗਿਦੌਨ ਦੇ ਵੀ ਸਿਰਫ 300 ਯੋਧਿਆਂ ਨੇ ਇਜ਼ਰਾਈਲ ਨੂੰ ਮਿਦਿਆਨਿਆਂ ਦੀ ਗੁਲਾਮੀ ਵਿੱਚੋਂ ਛੁਡਾਇਆ ਸੀ। ਇਹ ਸਭ ਕੁਝ ਇਸ ਕਰਕੇ ਸੰਭਵ ਹੋ ਸਕਿਆ ਕਿਉਂਕਿ ਇਹਨਾਂ ਵਿਸ਼ਵਾਸ ਦੇ ਯੋਧਿਆਂ ਨੇ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਿਆ ਅਤੇ ਉਹਨਾਂ ਨੂੰ ਅਸਲੀ ਤਾਕਤ ਉਹਨਾਂ ਦੇ ਯੁੱਧ ਕਰਨ ਦੀ ਕੁਸ਼ਲਤਾ ਤੋਂ ਨਹੀਂ ਮਿਲਦੀ ਸੀ, ਬਲਕਿ ਉਹਨਾਂ ਦੀ ਅਸਲੀ ਤਾਕਤ ਪ੍ਰਾਰਥਨਾ ਦੀ ਸ਼ਕਤੀ ਸੀ। ਸਾਨੂੰ ਉਮੀਦ ਹੈ ਕਿ ਤੁਸੀਂ ਪ੍ਰਾਰਥਨਾ ਦੇ ਇਸ ਸ਼ਸਤਰ ਨੂੰ ਚਲਾਉਣ ਬਾਰੇ ਚੰਗੀ ਤਰ੍ਹਾਂ ਸਮਝ ਰਹੇ ਹੋਵੋਗੇ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ ਕਿਉਂਕਿ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਆ ਗਿਆ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਪਰਮੇਸ਼ਰ ਦੇ ਇਸੇ ਸ਼ਸਤਰ ਬਾਰੇ ਹੋਰ ਜ਼ਿਆਦਾ ਅਧਿਐਨ ਕਰਾਂਗੇ। ਤੇ ਆਓ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਪਾਂ ਪ੍ਰਾਰਥਨਾ ਕਰਦੇ ਹਾਂ। ਸਾਡੇ ਸੱਚੇ ਜਿੰਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਕਿ ਪ੍ਰਭੂ ਜੀ ਤੁਸੀਂ ਅੱਜ ਸਾਨੂੰ ਪ੍ਰਭੂ ਪ੍ਰਾਰਥਨਾ ਦੇ ਵਿਸ਼ੇ 'ਚ ਸਮਝਾਇਆ। ਪ੍ਰਾਰਥਨਾ ਉਹ ਹਥਿਆਰ ਹੈ ਪਿਤਾ ਪਰਮੇਸ਼ਰ ਜਿਸ ਨੂੰ ਸਾਨੂੰ 24 ਘੰਟੇ ਪਿਤਾ ਪਰਮੇਸ਼ਰ ਚਲਾਉਂਦੇ ਰਹਿਣਾ ਚਾਹੀਦਾ। ਹਰ ਸਮੇਂ ਸਾਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ। ਪਿਆਰੇ ਪਿਤਾ ਪਰਮੇਸ਼ਰ, ਇਸ ਅੱਛੀ ਸਿੱਖਿਆ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ, ਸਾਡੀ ਪ੍ਰਾਰਥਨਾ ਹੈ ਸਾਡੇ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੈ, ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਪਿਤਾ ਪਰਮੇਸ਼ਰ ਜਿੱਥੇ ਕਿਤੇ ਵੀ ਪ੍ਰਾਰਥਨਾ ਦੀ ਘਾਟ ਹੈ, ਪਿਤਾ ਤੁਸੀਂ ਉਸ ਘਾਟ ਨੂੰ ਪੂਰੀ ਕਰੋ। ਪਵਿੱਤਰ ਆਤਮਾ ਦੇ ਦੁਆਰਾ ਸਾਡੇ ਜੀਵਨਾਂ ਦੇ ਅੰਦਰ, ਸਾਡੇ ਹਿਰਦਿਆਂ ਦੇ ਅੰਦਰ ਇੱਕ ਸਰਗਰਮੀ ਪੈਦਾ ਕਰੋ ਪ੍ਰਭੂ। ਪਿਆਰੇ ਪਿਤਾ ਪਰਮੇਸ਼ਰ, ਜਿਸ ਦੇ ਜ਼ਰੀਏ ਅਸੀਂ ਆਪਣੇ ਜੀਵਨਾਂ ਨੂੰ ਪ੍ਰਾਰਥਨਾ ਵਾਲਾ ਜੀਵਨ ਬਣਾ ਸਕੀਏ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇਸ ਅੱਛੇ ਪ੍ਰੋਗਰਾਮ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।